हेलो गुड मॉर्निंग स्टूडेंट्स 12th क्लास बिजनेस स्टडीज़ ਦਾ ਅੱਜ ਆਪਣਾ ਇੱਕ ਛੋਟਾ ਜਿਹਾ ਟੌਪਿਕ ਹੈ ਬੇਟਾ ਉਹ ਮੈਂ ਡਿਸਕਸ ਕਰਨ ਲੱਗੀ ਹਾਂ ਦੈਟ ਇਜ਼ ਦ ਟਾਈਪਸ ਆਫ ਪਲੈਨਿੰਗ ਜਿਹੜੀ ਹੈ ਬੇਟਾ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਬੇਸਿਕਲੀ ਆਪਾਂ ਤੁਹਾਡੀ ਬੁੱਕ ਦੀ ਅਕੋਰਡਿੰਗ ਗੱਲ ਕਰੀਏ ਤਾਂ ਆਪਣੇ ਕੋਲ ਜਿਹੜੀ ਪਲੈਨਿੰਗ ਆ ਦੋ ਤਰ੍ਹਾਂ ਦੀ ਹੁੰਦੀ ਹੈ, ਸਿੰਗਲ ਯੂਜ਼ ਪਲਾਨ ਐਂਡ ਸਟੈਂਡਿੰਗ ਪਲਾਨ। ਸਿੰਗਲ ਯੂਜ਼ ਪਲਾਨ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਜਿਹੜੀ ਪਲੈਨਿੰਗ ਸਿਰਫ ਇੱਕ ਵਾਰ ਆਪਾਂ ਯੂਜ਼ ਕਰਦੇ ਆ, ਰਿਪੀਟ ਨਹੀਂ ਹੁੰਦੀ ਆਰਗੇਨਾਈਜੇਸ਼ਨ ਦੇ ਵਿੱਚ, ਦੈਟ ਪਲਾਨ ਇਜ਼ ਨੋਨ ਐਜ਼ ਸਿੰਗਲ ਯੂਜ਼ ਪਲਾਨ। ਸਟੈਂਡਿੰਗ ਪਲਾਨ ਦਾ ਮਤਲਬ ਹੁੰਦਾ ਬੇਟਾ ਜਿਹੜੀ ਪਲੈਨਿੰਗ ਬਾਰ-ਬਾਰ ਰਿਪੀਟ ਹੁੰਦੀ ਰਹਿੰਦੀ ਹੈ ਉਹਨੂੰ ਆਪਾਂ ਸਟੈਂਡਿੰਗ ਪਲਾਨ ਬੋਲਦੇ ਹਾਂ। ਹੁਣ ਦੇਖੋ ਸਿੰਗਲ ਯੂਜ਼ ਪਲਾਨ ਆ, ਕਹਿੰਦੇ ਇਟ ਇਜ਼ ਡਿਵੈਲਪ ਫॉर ਅ ਵਨ ਟਾਈਮ ਇਵੈਂਟ, ਸਿਰਫ ਇੱਕ ਟਾਈਮ ਦੇ ਇਵੈਂਟ ਲਈ ਯੂਜ਼ ਕੀਤੀ ਜਾਂਦੀ ਹੈ। ਪਲਾਨਸ ਆਰ ਨੋਟ ਰਿਪੀਟੇਟਿਵ, ਮਤਲਬ ਦੁਬਾਰਾ ਰਿਪੀਟ ਨਹੀਂ ਕੀਤੇ ਜਾਂਦੇ। ਸਟੈਂਡਿੰਗ ਪਲਾਨ ਆਰ ਯੂਜ਼ਡ ਓਵਰ ਐਂਡ ਓਵਰ ਅਗੇਨ, ਬਾਰ-ਬਾਰ ਰਿਪੀਟ ਕੀਤੇ ਜਾਂਦੇ ਨੇ ਬਿਕੋਜ਼ ਦੇ ਫੋਕਸ ਔਨ ਆਰਗੇਨਾਈਜੇਸ਼ਨ ਸਿਚੁਏਸ਼ਨ ਦੈਟ ਕੈਨ ਅਕਰ ਰਿਪੀਟਲੀ। ਠੀਕ ਹੈ, ਕਿਉਂਕਿ ਆਰਗੇਨਾਈਜੇਸ਼ਨ ਸਿਚੁਏਸ਼ਨ ਜਿਹੜੀਆਂ ਨੇ ਬਾਰ-ਬਾਰ ਰਿਪੀਟ ਹੁੰਦੀਆਂ ਰਹਿੰਦੀਆਂ ਨੇ, ਤਾਂ ਕਰਕੇ ਇਹ ਪਲਾਨ ਵੀ ਬਾਰ-ਬਾਰ ਰਿਪੀਟ ਹੁੰਦਾ ਰਹਿੰਦਾ ਹੈ। ਠੀਕ ਹੈ, ਸਿੰਗਲ ਯੂਜ਼ ਪਲਾਨ ਦੀ ਗੱਲ ਕਰੀਏ, ਇਟ ਰੈਫਰਸ ਟੂ ਪਲਾਨ ਡਿਵੈਲਪ ਫॉर ਅ ਵਨ ਟਾਈਮ ਪ੍ਰੋਜੈਕਟ ਔਰ ਇਵੈਂਟ that has one specific objective, ਮਤਲਬ ਜਿਹੜੇ ਇਵੈਂਟ ਜਾਂ ਪ੍ਰੋਜੈਕਟ ਦਾ ਸਿਰਫ ਇੱਕੋ ਵਿਸ਼ੇਸ਼ ਉਦੇਸ਼ ਹੈਗਾ ਗਾ, ਉੱਥੇ ਸਿੰਗਲ ਯੂਜ਼ ਪਲਾਨ ਨੂੰ ਯੂਜ਼ ਕੀਤਾ ਜਾਂਦਾ ਗਾ। ਠੀਕ ਹੈ, ਅਤੇ ਸਟੈਂਡਿੰਗ ਪਲਾਨ ਦਾ ਦੂਜਾ ਨਾਮ ਆਪਾਂ ਰਿਪੀਟਡ ਯੂਜ਼ ਪਲਾਨ ਵੀ ਕਹਿ ਸਕਦੇ ਹਾਂ। ਠੀਕ ਹੈ ਬੇਟਾ, ਗੱਲ ਕਰਦੇ ਹਾਂ ਟਾਈਪਸ ਆਫ ਪਲਾਨ ਦੀ। ਬੇਟਾ ਸਿੰਗਲ ਯੂਜ਼ ਪਲਾਨ ਦੇ ਵਿੱਚ ਦੋ ਆਪਾਂ ਪਲੈਨਿੰਗ ਸ਼ਾਮਲ ਕਰ ਸਕਦੇ ਹਾਂ, ਡੈਟ ਇਜ਼ ਪ੍ਰੋਗਰਾਮ ਅਤੇ ਬਜਟ। ਠੀਕ ਹੈ, ਸਟੈਂਡਿੰਗ ਪਲਾਨ ਦੇ ਵਿੱਚ ਬੇਟਾ ਪਹਿਲਾਂ ਆਬਜੈਕਟਿਵਸ ਆਉਂਦੇ, स्ट्रैटजी आती है, पॉलिसी आती है, प्रोसीजर है, दैन रूल एंड मैथड है। ठीक है, ये स्टैंडिंग ये बार बार रिपीट होते रहते हैं, सिंगल यूज़ बार बार रिपीट नहीं होंगे। सिंगल यूज़ प्लान की गल करते हैं, देखो ये लाइक प्रोग्राम की गल करते हैं आप। प्रोग्राम बेटा एक सिंगल यूज़ प्लान हैगा, ये आप डिटेल स्टेटमेंट्स लिखते हैं अबाउट वट प्रोजैक्शन। ਆਪਾਂ ਪ੍ਰੋਜੈਕਸ਼ਨ ਦੇ ਨਾਲ ਰਿਲੇਟਡ ਜਦੋਂ ਆਪਾਂ ਸਟੇਟਮੈਂਟਸ ਨੂੰ ਡਿਟੇਲ 'ਚ ਕੰਟੇਨ ਕਰਦੇ ਹਾਂ, ਦੈਟ ਇਜ਼ ਨੋਨ ਐਜ਼ ਸਿੰਗਲ ਯੂਜ਼ ਪਲਾਨ, ਦੈਟ ਇਜ਼ ਨੋਨ ਐਜ਼ ਪ੍ਰੋਗਰਾਮ। ਪ੍ਰੋਗਰਾਮ ਦੇ ਵਿੱਚ ਹੁਣ ਜਿਵੇਂ ਗੱਲ ਕਰਤੀ ਹੈ ਦਾ ਪ੍ਰੋਜੈਕਟ ਡਿਟੇਲ ਔਨ ਕਾਹਦੇ 'ਤੇ, ਆਬਜੈਕਟਿਵਸ, ਪੋਲਿਸੀਜ਼, ਪ੍ਰੋਸੀਜਰ, ਰੂਲ, ਫਿਜ਼ੀਕਲ ਅਤੇ ਹਿਊਮਨ ਰਿਸੋਰਸਿਸ 'ਤੇ। ਜਿਵੇਂ ਐਗਜ਼ਾਮਪਲ ਦਿੱਤੀ ਹੈ ਬੇਟਾ ਪਾਰਲੇਜੀ ਦੀ। ਪਾਰਲੇਜੀ ਨੇ ਕਹਿੰਦੇ ਇੱਕ ਨਵਾਂ ਐਡਵਰਟਾਈਜ਼ਮੈਂਟ ਪ੍ਰੋਗਰਾਮ ਜਿਹੜਾ ਹੈਗਾ ਉਹ ਸਟਾਰਟ ਕੀਤਾ ਕਾਹਦੇ ਵਾਸਤੇ, ਵੀਟ ਬ੍ਰੈਡਸ ਨੂੰ ਪ੍ਰਮੋਟ ਕਰਨ ਵਾਸਤੇ। ਤੇ ਇਹ ਇੱਕ ਸ਼ਾਰਟ ਐਕਟੀਵਿਟੀ ਹੈ, ਠੀਕ ਹੈ, ਨੋਟ ਆ ਰਿਪੀਟਡ ਐਕਟੀਵਿਟੀ। ਮਤਲਬ ਇਹ ਸਿਰਫ ਉਹਨਾਂ ਨੇ ਥੋੜ੍ਹੇ ਟਾਈਮ ਲਈ ਇਹਨੂੰ ਯੂਜ਼ ਕੀਤਾ ਹੈਗਾ, ਨਾ ਕਿ ਇਹਨੂੰ ਬਾਰ-ਬਾਰ ਉਹ ਰਿਪੀਟ ਕਰਨਗੇ। ਸੈਕਿੰਡ ਬੇਟਾ ਆਉਂਦਾ ਬਜਟ। ਬਜਟ ਇੱਕ ਐਸਟੀਮੇਸ਼ਨ ਹੈ ਬੇਟਾ, ਅਪਰੋਕਸੀਮੇਟ ਸਟੇਟਮੈਂਟ ਹੈਗੀ ਆ ਕਿ ਆਉਣ ਵਾਲੇ ਸਮੇਂ ਨਿਊਮੈਰੀਕਲ ਫਾਰਮ ਦੇ ਵਿੱਚ ਡੈਫੀਨਿਟ ਪੀਰੀਅਡ ਆਫ ਟਾਈਮ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨਿਊਮੈਰੀਕਲ ਟਰਮਸ ਨੂੰ ਐਕਸਪ੍ਰੈਸ ਕਰਦੀ ਆ ਉਹਨੂੰ ਆਪਾਂ ਬਜਟ ਦਾ ਨਾਮ ਦਿੰਦੇ ਹਾਂ। ਫॉर ਐਗਜ਼ਾਮਪਲ ਪਾਰਲੇਜੀ ਨੇ ਪ੍ਰੋਡਿਊਸ ਕਰਨਾ ਹੈ, ਠੀਕ ਹੈ, ਉਹਨਾਂ ਨੇ ਇੱਕ ਬਜਟ ਪ੍ਰਪੇਅਰ ਕਰਨਾ ਗਾ ਕਿ 10,000 ਬਿਸਕਿਟਸ ਨੂੰ ਬਣਾਉਣ ਦੇ ਉੱਤੇ ਕਿੰਨਾ ਖਰਚਾ ਆਏਗਾ। ਠੀਕ ਹੈ, ਹੁਣ ਇਸ ਖਰਚੇ ਦੇ ਵਿੱਚ ਰॉ ਮਟੀਰੀਅਲ ਵੀ ਆਏਗਾ, ਪਾਵਰ ਦੀ ਸਪਲਾਈ ਦਾ ਖਰਚਾ, ਲੇਬਰਸ ਦਾ ਖਰਚਾ, ਵੇਜਿਸ ਵਗੈਰਾ, ਸੈਲਰੀਜ਼ ਵਗੈਰਾ ਔਰ ਰੈਂਟ ਵਗੈਰਾ। ਇਹ ਸਾਰਾ ਜਦੋਂ ਪਹਿਲਾਂ ਹੀ ਤੁਸੀਂ ਮਤਲਬ ਐਸਟੀਮੇਟ ਕਰਕੇ ਰੱਖ ਲੈਂਦੇ ਹੋ, ਉਹਨੂੰ ਬਜਟ ਕਿਹਾ ਜਾਂਦਾ ਹੈ। ਸਟੈਂਡਿੰਗ ਪਲਾਨ ਦੇ ਵਿੱਚ ਦੇਖੋ ਬੇਟਾ ਕੀ ਆਉਂਦਾ, ਸਭ ਤੋਂ ਪਹਿਲਾਂ ਆਉਂਦਾ ਬੇਟਾ ਆਬਜੈਕਟਿਵ। ਆਬਜੈਕਟਿਵ ਇੱਕ ਤਰ੍ਹਾਂ ਦਾ ਬੇਟਾ ਪਲਾਨ ਹੁੰਦਾ ਜਿਹੜਾ ਕਿ ਬਾਰ-ਬਾਰ ਰਿਪੀਟ ਹੁੰਦਾ। ਇੱਕ ਵਾਰ ਜਿਹੜਾ ਆਬਜੈਕਟਿਵ ਆਪਾਂ ਡਿਸਾਈਡ ਕਰ ਲਿਆ, ਫਿਰ ਅਸੀਂ ਉਹਨੂੰ ਅਚੀਵ ਕਰਨ ਦੇ ਲਈ ਕੀ ਕਰਦੇ ਹਾਂ, ਅਲੱਗ-ਅਲੱਗ ਸਟ੍ਰੈਟਜੀਜ਼, ਪੋਲਿਸੀਜ਼, ਪ੍ਰੋਸੀਜਰ, ਰੂਲ ਐਂਡ ਮੈਥਡਸ ਨੂੰ ਆਪਟ ਕਰਦੇ ਹਾਂ। ਹੁਣ ਜਿਵੇਂ ਮੰਨ ਲਓ ਕਿਸੇ ਪਾਰਲੇਜੀ ਨੇ ਡਿਸਾਈਡ ਕੀਤਾ ਕਿ ਅਸੀਂ ਕੰਪਨੀ ਨੇ 20% ਸੇਲਸ ਨੂੰ ਇਨਕਰੀਜ਼ ਕਰਨਾ ਹੈ, ਦੈਟ ਇਜ਼ ਨੋਨ ਐਜ਼ ਆਬਜੈਕਟਿਵ। ਸਟ੍ਰੈਟਜੀ ਦਾ ਮਤਲਬ ਹੁੰਦਾ ਬੇਟਾ ਇਹ ਇੱਕ ਆਈਡੀਆ ਗਾ ਜਿਹੜਾ ਜਾਂ ਇੱਕ ਰਸਤਾ ਗਾ, ਠੀਕ ਹੈ, ਜਿਹੜਾ ਕਿ ਆਬਜੈਕਟਿਵ ਨੂੰ ਅਚੀਵ ਕਰਨ ਦੇ ਲਈ ਹੈਲਪ ਕਰਦਾ ਗਾ। ਜਿਵੇਂ ਹੁਣ ਪਾਰਲੇਜੀ ਨੇ 20% ਸੇਲਸ ਨੂੰ ਵਧਾਉਣਾ ਗਾ, ਤਾਂ ਸੇਲਸ ਨੂੰ ਵਧਾਉਣ ਦੇ ਲਈ ਉਹਨੂੰ ਸੋਸ਼ਲ ਮੀਡੀਆ ਲਾਈਕ ਫੇਸਬੁੱਕ, ਇੰਸਟਾ, ਵਟਸਐਪ, ਠੀਕ ਹੈ, ਇਹ ਚੀਜ਼ਾਂ ਨੂੰ ਯੂਜ਼ ਕਰਨਾ ਪਏਗਾ। ਥਰਡ ਬੇਟਾ ਆਉਂਦਾ ਪੋਲਿਸੀਜ਼। ਪੋਲਿਸੀਜ਼ ਮੀਨਸ ਗਾਈਡਲਾਈਨਸ ਐਂਡ ਇੰਸਟਰਕਸ਼ਨਸ।
ठीक है ना। ये भी गाइडलाइन इंस्ट्रक्शनस क्यों देणगियां, जो भी थोड़ा पर्टिकुलर टास्क ਜਾਂ ऑब्जेक्टिव ਆ ਉਹਨੂੰ ਅਚੀਵ ਕੀਤਾ ਜਾ ਸਕੇ। ਤਾਂ ਇਸ ਪਾਲਿਸੀ ਦੇ ਵਿੱਚ ਪਾਰਲੇ ਨੇ ਕੀ ਕੀਤਾ, ਕਿਹਾ ਕਿ ਅਸੀਂ ਸਿਰਫ ਕੈਸ਼ ਸੇਲਸ ਹੀ ਕਰਨੀਆਂ ਨੇ, ਕੋਈ ਉਧਾਰ ਜਾਂ ਡਿਜੀਟਲ ਜਿਹੜੀਆਂ ਸੇਲਸ ਉਹ ਨਹੀਂ ਕਰਨੀਆਂ। दैट इज़ पॉलिसी। प्रोसीजर की गल करते हैं तो यदा मतलब होंदा हाउ अ वर्क हैज़ टू बी डन इन अ सिस्टमैटिक मैनर और अ स्टैप बाय स्टैप। जो तुसी कोई भी काम करना है वो किस सिस्टम दे विच करना है, किहड़े स्टैप बाय स्टैप आपां उहनूं फॉलो करना है, उहनूं बोलदे आ प्रोसीजर। हुण जेकर पार्लेजी ने प्रोड्यूस करने ब्रैड तो उन्होंने सब तो पहला कणक का आटा लैके आना पएगा, बेकिंग पाउडर लियाना पएगा, मशीन लियानी पेगी, लेवर, ओवन एंड पैकिंग मटीरियल्स लैके आना पएगा। अपने सारे उन्हें स्टैप्स जोड़े आ एक लिस्ट बना के रख लेनी है। नैक्सट आंदा बेटा मैथड्स, सॉरी रूल। रूल मीनस ये बेटा एक स्टेटमेंट्स होंदियां ने ਜਿਹੜੀਆਂ ਇਹ ਦੱਸਦੀਆਂ कि तुसी की करना है तो की नहीं करना। ਹੁਣ ਤੁਹਾਡੇ ਸਕੂਲ ਦੇ ਵਿੱਚ ਵੀ ਕਾफ़ी रूल्स बने ने लाइक दैट। ਹੁਣ पार्लेजी ਦੇ प्रोडक्शन डिपार्टमेंट है, ठीक है, ਉੱਥੇ ਹੁਣ ਕਿਹਾ ਗਿਆ कि ਜਿਹੜੇ इंप्लॉइज़ ने वो ग्लव्स वीयर करके रखणगे, ठीक है, सिर ते कैप लैके रखणगे, मास्क पा के रखणगे जो प्रोडक्शन का काम चलेगा। दैट इज़ नोन एज रूल। एंड मैथड्स बेटा एक अजिहा वे है, एक अजिहा मैनर है ਜਿਹਦੇ ਨਾਲ ਤੁਸੀਂ ਕੋਈ ਵੀ ਪਰਟੀਕੂਲਰ ਟਾਸਕ ਜਿਹੜਾ ਉਹ ਪਰਫੋਰਮ ਕਰਨਾ। ਹੁਣ ਜਿਵੇਂ ਪਾਰਲੇਜੀ ਹੈ, ਉਹਨਾਂ ਨੇ ਕਿਹਾ ਸੀ ਬ੍ਰੈਡਸ ਮੈਨੂਫੈਕਚਰ ਕਰਨੇ ਨੇ, ਠੀਕ ਹੈ, ਉਹ ਮਸ਼ੀਨ ਦੇ ਨਾਲ ਵੀ ਕਰ ਸਕਦੇ ਨੇ ਤੇ ਮੈਨੂਅਲ ਮੈਥਡ ਦੇ ਨਾਲ ਵੀ ਕਰ ਸਕਦੇ ਨੇ। ਤਾਂ ਇਹ ਸੀਗੇ ਰਾਜੇ ਆਪਣੇ ਕੋਲ ਦੋ ਤਰ੍ਹਾਂ ਦੇ ਪਲਾਨਸ, ਸਿੰਗਲ ਯੂਜ਼ ਪਲਾਨ ਐਂਡ ਸਟੈਂਡਿੰਗ ਯੂਜ਼ ਪਲਾਨ। ਇੱਥੇ ਹੁਣ ਆਪਾਂ ਐਗਜ਼ਾਮਪਲ ਦਿੱਤੀ ਸੀ ਪਾਰਲੇਜੀ ਦੀ ਕਿ ਪਾਰਲੇਜੀ ਜਿਹੜੀ ਆ ਉਹ ਹੁਣ ब्रैड बनाने का काम स्टार्ट करना चाहती है तो वो अपने किस तरीके के प्लान जोड़े यूज़ कर सकती है। होप सो रजे थोनों ये वाले टॉपिक जोड़े ने अच्छे तरीके नाल समझ आ गए होंगे। जे फिर भी कोई प्रॉब्लम है बेटा तुसी मैनू पूछ सकते हो। थैंक यू बेटा।